ਗੁੜ ਦੇ ਨਾਲ ਕਿੰਨੀ ਕੁ ਆਮਦਨ ਹੋ ਜਾਂਦੀ ਹੈ ਡੇਲ ਦਾ ਜਿਹੜਾ ਰੋਜ਼ ਦਾ ਵਾ ਕਿੰਨਾ ਕੁ ਤੁਸੀਂ ਜਿਹੜਾ ਗੁੜ ਤਿਆਰ ਕਰ ਲੈਂਦੇ ਹੋ? ਜਿਹੜੇ ਬਾਹਰ ਵਿਦੇਸ਼ਾਂ 'ਚ ਭੱਜਣ ਡੇ ਉਹਨਾਂ ਨਾਲੋਂ ਜ਼ਿਆਦਾ ਕਮਾਉਂਦੇ ਆ। ਪੈਸਾ ਲੱਗਦਾ ਹੀ ਨਹੀਂ ਕੰਮ ਕਰਨ ਤੇ। ਮੈਂ ਕਹਿੰਦਾ ਪੰਜਾਬੀ ਦੀ ਕਹਾਵਤ ਹੈ, ਜਿੱਥੇ ਚਾਹ ਉੱਥੇ ਰਾਹ। ਤੁਸੀਂ ਦੇਖ ਰਹੇ ਹੋ ਮੇਰਾ ਫਾਰਮ ਹਾਊਸ ਤੇ ਮੈਂ ਹਰਜੀਤ ਗਰੇਵਾਲ। ਅੱਜ ਤੁਹਾਨੂੰ ਜਿਹੇ ਇੱਕ 3 ਦੋਸਤਾਂ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇਹਨਾਂ ਵਿੱਚੋਂ ਇੱਕ ਜਿਹੜਾ ਨੌਜਵਾਨ ਆ ਉਹ M.Tech ਕੀਤੀ ਹੋਈ ਆ, ਇੰਜੀਨੀਅਰਿੰਗ ਕੀਤੀ ਹੋਈ ਆ ਅਤੇ ਇੰਜੀਨੀਅਰਿੰਗ ਕਰਨ ਦੇ ਜਿਹੜੀ ਨੌਕਰੀ ਛੱਡ ਕੇ ਆਪਣੀ ਲੱਖਾਂ ਦੀ ਜਿਹੜੀ ਤਨਖਾਹ ਛੱਡ ਕੇ ਅੱਜ ਜਿਹੜਾ ਖੁਦ ਦਾ ਜਿਹੜਾ ਕਾਰੋਬਾਰ ਚਲਾ ਰਿਹਾ ਵਾ। ਵੀਲੇ ਦੇ ਜਿਹੜਾ ਉਹਨੇ ਵੀਲਾਂ ਲਗਾ ਕੇ ਰੋਹ ਵਾਲਾ ਜਿਹੜਾ ਉਹ ਲੱਖਾਂ ਰੁਪਏ ਕਮਾ ਰਿਹਾ। ਗੱਲਬਾਤ ਕਰਾਂਗੇ ਰਸੀਦ ਦੇ ਨਾਲ ਵੀ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਤੇ। ਸੋ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਜੀ। ਕੀ ਕਹਿਣਾ ਚਾਹੋਗੇ? ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਲੱਖਾਂ ਰੁਪਏ ਜਿਹੜੇ ਨੌਕਰੀ ਛੱਡ ਕੇ ਆਪਣੀ M.Tech ਕੀਤੀ ਹੋਈ ਆ ਤੁਸੀਂ ਤੇ ਖੁਦ ਦਾ ਜਿਹੜਾ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਵਾ ਤੁਸੀਂ ਅੱਜ ਜਿਹੜਾ ਵੇਲਣ ਲਾਇਆ ਵਾ ਰੋਹ ਵਾਲਾ ਅਤੇ ਗੁੜ ਬਣਾ ਰਹੇ ਹੋ, ਕੀ ਕਹਿਣਾ ਚਾਹੋਗੇ? ਤੇ ਵੇਖੋ ਜੀ, ਮਤਲਬ ਮੇਰੇ ਲਈ ਕੋਈ ਇਹ ਮਤਲਬ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਰੈਂਕ 'ਤੇ ਹੋ, ਕਿਹੜੀ ਜੋਬ ਕਰ ਰਹੇ ਹੋ, ਕੀ ਕਰ ਰਹੇ ਹੋ। ਮਾਇਨੇ ਇਹ ਰੱਖਦਾ ਹੈ ਕਿ ਤੁਸੀਂ ਅੰਦਰੋਂ ਕਿੰਨੇ ਖੁਸ਼ ਹੋ, ਤੁਸੀਂ ਅੰਦਰੋਂ ਸੰਤੁਸ਼ਟ ਕਿੰਨੇ ਕੁ ਹੋ, ਤੁਸੀਂ ਆਪਣੀ ਜੋਬ ਤੋਂ ਆਪਣੇ ਕੰਮ ਤੋਂ ਕਿੰਨੇ ਕੁ ਸੰਤੁਸ਼ਟ ਹੋ। ਸੋ ਅਗਰ ਤੁਹਾਡੀ ਸੰਤੁਸ਼ਟੀ ਹੈ ਤੇ ਸਭ ਕੁਝ ਹੈ। ਸੋ ਸੰਤੁਸ਼ਟੀ ਦੇ ਵਜ੍ਹਾ ਦੇ ਕਰਕੇ ਹੀ ਆਪਣੇ ਮਨ ਦੀ ਖੁਸ਼ੀ ਦਾ ਕਰਕੇ ਹੀ ਜਿਹੜਾ ਮੈਂ ਜੋਬ ਛੱਡੀ ਹੈ, ਛੱਡ ਕੇ ਪ੍ਰੋਜੈਕਟ ਜਿਹੜਾ ਛੋਟਾ ਜਿਹਾ ਜਿਹੜਾ ਵੇਲਣਾ ਇਹਦੀ ਸ਼ੁਰੂਆਤ ਕੀਤੀ ਹੈ ਤੇ ਹੁਣ ਤੁਹਾਡੇ ਸਾਹਮਣੇ ਅਸੀਂ ਚੱਲ ਰਹੇ ਹਾਂ। ਪਰ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਨੌਜਵਾਨ ਨੇ ਜ਼ਿਆਦਾਤਰ ਵਿਦੇਸ਼ਾਂ ਵੱਲ ਰੁਕ ਰਹੇ ਨੇ। 20-20 ਲੱਖ ਰੁਪਈਆ ਘਰਦਿਆਂ ਦੇ ਜਿਹੜਾ ਕਰਜ਼ਾ ਚੁੱਕ ਕੇ ਜਿਹੜਾ ਉਹਨਾਂ ਨੂੰ ਕਰਜ਼ਾਈ ਕਰਕੇ ਵਿਦੇਸ਼ਾਂ ਵੱਲ ਜਾ ਰਹੇ ਨੇ, ਕੈਨੇਡਾ ਅਮਰੀਕਾ ਜਾ ਰਹੇ ਨੇ ਅਤੇ ਕਹਿ ਰਹੇ ਨੇ ਵੀ ਇੱਥੇ ਰੋਜ਼ਗਾਰ ਹੈ ਨਹੀਂ, ਇੱਥੇ ਕੰਮ ਕਾਰ ਹੈ ਨਹੀਂ ਆ। ਕੀ ਕਹਿਣਾ ਚਾਹੋਗੇ? ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੀ, 20-20 ਲੱਖ 30-30 ਲੱਖ 40-40 ਲੱਖ ਦੇ ਰਹੇ ਆ। ਇਹਦੇ 'ਚ ਕੋਈ ਝੂਠੀ ਗੱਲ ਨਹੀਂ ਹੈਗੀ। ਵੱਡੀ ਗੱਲ ਇਹ ਹੈ ਕਿ ਜਿਹੜਾ ਦੇ ਵੀ ਰਹੇ ਆ ਉਹ ਵੀ ਕਰਜ਼ਾ ਚੁੱਕ ਕੇ ਦੇ ਰਹੇ ਆ ਜਾਂ ਪੈਲੀ ਵੇਚ ਕੇ ਦੇ ਰਹੇ ਆ। ਦੁੱਖ ਇਸ ਗੱਲ ਦਾ ਹੈ। ਫਿਰ ਉੱਥੇ ਜਾ ਕੇ ਸੰਸਕ੍ਰਿਤੀ ਨੂੰ ਟੁੱਟ ਰਹੇ ਆ, ਪਰਿਵਾਰ ਨੂੰ ਟੁੱਟ ਰਹੇ ਆ, ਆਪਣੀ ਭਾਸ਼ਾ ਨੂੰ ਟੁੱਟ ਰਹੇ ਆ, ਆਪਣੇ ਦੇਸ਼ ਨੂੰ ਟੁੱਟ ਰਹੇ ਆ, ਆਪਣੀ ਮਿੱਟੀ ਨੂੰ ਟੁੱਟ ਰਹੇ ਆ। ਠੀਕ ਹੈ ਜੀ, ਸਾਡੀਆਂ ਪੀੜ੍ਹੀਆਂ ਆਉਣ ਵਾਲੇ ਦਿਨਾਂ 'ਚ ਅੰਗਰੇਜ਼ ਹੀ ਬਣਨਗੀਆਂ, ਸਿੱਖ ਤੇ ਬਣਨਾ ਨਹੀਂ। ਜਿਨ੍ਹਾਂ ਨੇ ਜੇ 100 ਬੱਚਾ ਉੱਥੇ ਪੜ੍ਹਦਾ ਹੈ, 100 ਬੱਚਾ ਕਲਾਸ ਦੇ ਵਿੱਚ ਬੈਠਾ ਹੈ ਜਾਂ 40 ਬੱਚੇ ਕਲਾਸ ਦੇ ਵਿੱਚ ਉਸ ਸੱਭਿਅਤਾ ਦੇ ਬੈਠੇ ਹੈ ਤੇ ਇੱਕ ਬੱਚਾ ਜਾਂ 2 ਬੱਚੇ ਸਾਡੇ ਪੰਜਾਬੀ ਬੈਠੇ ਆ ਤੇ ਉਹਨਾਂ ਨੇ ਉਹੀ ਸਿੱਖਣਾ ਜੋ ਉਹਨਾਂ ਦੇ ਆਸ-ਪਾਸ ਹੁੰਦਾ ਹੈ ਨਾ ਜੀ। ਤੇ ਉਹ ਕਿਤੇ ਨਾ ਕਿਤੇ ਇੱਕ ਪੀੜ੍ਹੀ 'ਤੇ ਇੰਪੈਕਟ ਪਏਗਾ, ਦੂਜੀ 'ਤੇ ਅਸਰ ਪਏਗਾ, ਤੀਜੀ 'ਤੇ ਪਏਗਾ। ਕਿਤੇ ਨਾ ਕਿਤੇ ਉਹਨਾਂ ਨੇ ਟੋਟਲੀ ਜਿਹੜਾ ਪੂਰਨ ਤੌਰ 'ਤੇ ਜਿਹੜਾ ਕਿਤੇ ਨਾ ਕਿਤੇ ਜਾ ਕੇ ਉਸ ਪੀੜ੍ਹੀ ਨੇ ਜਿਹੜਾ ਸਾਡੇ ਨਾਲੋਂ ਟੁੱਟ ਜਾਣਾ ਮਿੱਟੀ ਨੂੰ। ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ, ਆਪਣੀ ਮਿੱਟੀ, ਆਪਣੇ ਧਰਮ, ਆਪਣੇ ਵਿਰਸੇ, ਹਰ ਚੀਜ਼ ਨੂੰ ਟੁੱਟ ਜਾਂਗੇ, ਆਪਣੀ ਮਾਂ ਬੋਲੀ ਨੂੰ ਟੁੱਟ ਜਾਂਗੇ। ਅਤੇ ਇਹੋ ਜਿਹੇ ਪੈਸਾ ਮੈਂ ਨਹੀਂ ਚਾਹੁੰਦਾ ਵੀ ਇਹੋ ਜਿਹਾ ਪੈਸਾ ਕੋਈ ਮਾਇਨੇ ਰੱਖਦਾ। ਸੋ ਸਭ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜਿੰਨਾ ਚਿਰ ਅਸੀਂ ਆਪਣੀ ਸੰਸਕ੍ਰਿਤੀ ਨਾਲ ਜੁੜੇ, ਅਸੀਂ ਆਪਣੇ ਪਰਿਵਾਰ ਨਾਲ ਜੁੜੇ ਹਾਂ ਅਤੇ ਉਨੀ ਦੇਰ ਤੱਕ ਸਭ ਕੁਛ ਆ। ਬਾਕੀ ਇੱਥੇ ਰਹਿ ਕੇ ਕਮਾਈ ਵੀ ਹੈਗੀ ਹੈ, ਪੈਸਾ ਵੀ ਹੈਗਾ ਹੈ, ਸੰਤੁਸ਼ਟੀ ਵੀ ਹੈਗੀ ਆ, ਖੁਸ਼ੀ ਵੀ ਹੈਗੀ ਹੈ। ਬਸ ਗੱਲ ਵਿਚਾਰਨ ਦੀ ਆ, ਸਮਝਣ ਦੀ ਆ ਅਤੇ ਸੋਚਣ ਦੀ ਹੈ। ਪੈਸਾ ਲੱਗਦਾ ਹੀ ਨਹੀਂ ਕੰਮ ਕਰਨ 'ਤੇ। ਮੈਂ ਕਹਿੰਦਾ ਪੰਜਾਬੀ ਦੀ ਕਹਾਵਤ ਹੈ, ਜਿੱਥੇ ਚਾਹ ਉੱਥੇ ਰਾਹ। ਤੁਸੀਂ ਧਿਆਨ ਕਰੋ ਕਿ ਮੈਂ ਆਹ ਕੰਮ ਕਰਨਾ ਹੈ, ਆਟੋਮੈਟਿਕਲੀ ਆਪਣੇ ਆਪ ਹੀ ਕੁਦਰਤ ਜਿਹੜੀ ਆ ਤੁਹਾਡੇ ਲਈ ਰਸਤੇ ਬਣਾ ਦਿੰਦੀ ਆ, ਪੈਸੇ ਦਾ ਵੀ ਇੰਤਜ਼ਾਮ ਕਰ ਦਿੰਦੀ ਆ, ਸਭ ਕੁਛ ਹੋ ਜਾਂਦਾ। ਪਰ ਮੈਨੂੰ ਇਹ ਸੁਵੀਰ ਜੀ ਦੱਸੋ, ਤੁਸੀਂ ਜਿਹੜਾ ਇੱਥੇ ਵੇਲਣ ਲਾਇਆ ਵਾ, ਤੁਸੀਂ ਜਿਹੜਾ ਗੁੜ ਤਿਆਰ ਕਰ ਰਹੇ ਹੋ, ਇਹ ਕਿੰਨੇ ਪ੍ਰਕਾਰ ਦਾ ਗੁੜ ਤਿਆਰ ਹੁੰਦਾ? ਅਤੇ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਅਕਸਰ ਦੇਖਦੇ ਵੀ ਜ਼ਿਆਦਾਤਰ ਪਿੰਡਾਂ 'ਚ ਆਮ ਜਿਹੜੇ ਵੇਲਣੇ ਹੁੰਦੇ ਆ ਗੁੜ ਲੱਗੇ ਜਿਹੜਾ ਗੁੜ ਤਿਆਰ ਕਰਦੇ ਨੇ। ਤੁਹਾਡੇ ਜਿਹੜੇ ਵੇਲਣੇ ਤੁਸੀਂ ਗੁੜ ਬਣਾ ਰਹੇ ਹੋ ਇਹਦੇ ਵਿੱਚ ਕੀ ਖਾਸੀਅਤ ਕੀ ਹੁੰਦੀ ਆ ਤੁਹਾਡੇ ਗੁੜ ਮਿਲਣ 'ਚ? ਪਹਿਲੀ ਗੱਲ ਤਾਂ ਇਹ ਹੈਗੀ ਆ ਜੀ ਵੀ ਸਾਡਾ ਜਿਹੜਾ ਗੁੜ ਬਣ ਰਿਹਾ ਉਹ ਪਿਓਰ ਆ। ਸਭ ਤੋਂ ਵੱਡੀ ਗੱਲ ਹੈ ਕਿ ਪਿਓਰ ਆ। ਪਿਓਰ ਇਨ ਦਾ ਸੈਂਸ ਕਿ ਇਹ ਜਿਹੜਾ ਪਿਓਰ ਸ਼ਬਦ ਮੈਂ ਬਾਰ-ਬਾਰ ਇਸ ਕਰਕੇ ਵਰਤ ਰਿਹਾ ਕਿ ਗੁੜ ਅੱਜ ਕੱਲ੍ਹ ਮਾਰਕੀਟ ਦੇ ਵਿੱਚ 90% ਜਿਹੜਾ ਉਹ ਪਿਓਰ ਨਹੀਂ ਹੈਗਾ, ਨਕਲੀ ਹੈਗਾ। ਉਹਦੇ 'ਚ ਗੰਦੀ ਮੰਦੀ ਖੰਡ ਰਲਾਈ ਜਾਂਦੀ ਹੈ, ਉਹਦੇ 'ਚ ਸੀਰਾ ਰਲਾਇਆ ਜਾਂਦਾ ਹੈ, ਉਹਦੇ 'ਚ ਹੋਰ ਬਹੁਤ ਸਾਰੀਆਂ ਭਸਖੀਆਂ ਪਾ ਕੇ ਜਿਹੜਾ ਗੁੜ ਜਿਹੜਾ ਕਸਟਮਰ ਦੇ ਅੱਗੇ ਪਰੋਸਿਆ ਜਾਂਦਾ। ਅਸੀਂ ਗੁੜ ਖਾਣਾ ਕਿਉਂ ਆ? ਗੁੜ ਖਾਣਾ ਕਿਉਂ? ਕਿਉਂਕਿ ਕੁਦਰਤੀ ਆ, ਪਰਮਾਤਮਾ ਦੀ ਦੇਣ ਆ। ਗੰਨੇ ਦੇ ਵਿੱਚ ਮਿਠਾਸ ਆ, ਉਹਨੂੰ ਕੁਦਰਤ ਦੇ ਤਰੀਕੇ ਨਾਲ ਬਣਾਉਣਾ ਬਿਨਾਂ ਕੈਮੀਕਲ ਤੋਂ, ਅਤੇ ਤਾਂ ਕਰਕੇ ਗੁੜ ਨਿਆਮਤ ਆ। ਤਾਂ ਕਰਕੇ ਅਸੀਂ ਕਹਿੰਦੇ ਯਾਰ ਖੰਡ ਛੱਡੋ, ਗੁੜ ਖਾਓ। ਅਤੇ ਜੇ ਗੁੜ ਦੇ ਵਿੱਚ ਇੰਨੇ ਕੈਮੀਕਲ ਪਾ ਕੇ, ਇੰਨੀ ਗੰਦੀ ਮੰਦੀ ਖੰਡ ਪਾ ਕੇ, ਉਹਨੂੰ ਗੰਦਮੰਦ ਪਾ ਕੇ ਬਣਾਉਣਾ, ਅਤੇ ਫਿਰ ਉਹਨੂੰ ਚੰਗਾ ਖੰਡ ਖਾ ਲਓ, ਗੁੜ ਕਿਉਂ ਖਾਣਾ? ਸੋ ਸਾਡੀ ਕੋਸ਼ਿਸ਼ ਇਹ ਆ ਕਿ ਗੁੜ ਦਿਓ ਗਾਹਕ ਨੂੰ ਪਿਓਰ। ਜਿਹੜਾ ਵੀ ਭੈਣ ਭਰਾ, ਜਿਹੜਾ ਵੀ ਕੋਈ ਬੰਦਾ ਸਾਡੇ ਕੋਲ ਇਸ ਏਰੀਏ ਤੋਂ ਗੁੜ ਲੈਣ ਆਉਂਦਾ, ਪਿਓਰ ਗੁੜ ਮਿਲਦਾ ਹੈ ਉਸਨੂੰ। ਪਰ ਮੈਨੂੰ ਇਸ ਵੀ ਜਿਹੜਾ ਤੁਸੀਂ ਗੁੜ ਤਿਆਰ ਕਰਦੇ ਹੋ, ਇਹ ਪ੍ਰਕਿਰਿਆ ਕੀ ਹੈ? ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਗੰਨਾ ਲਿਆਉਂਦੇ ਹੋ ਕਿਸ ਤਰ੍ਹਾਂ ਜਿਹੜਾ ਉਹਨੂੰ ਸਾਫ਼ ਸਫਾਈ ਕਰਕੇ ਜਾਂ ਕਿਸ ਤਰ੍ਹਾਂ ਜਿਹੜਾ ਗੰਨਾ ਜਿਹੜਾ ਗੁੜ ਤਿਆਰ ਕਰਦੇ ਹੋ ਸਾਡੇ ਦੱਸੋ ਦਰਸ਼ਕਾਂ ਨੂੰ। ਹਾਂਜੀ, ਕਿਉਂਕਿ ਤੁਸੀਂ ਸਵਾਲ ਕੀਤਾ ਸੀ ਕਿ ਗੰਨੇ ਦੇ ਬਾਰੇ ਡਿਟੇਲ 'ਚ ਦੱਸੋ, ਅਤੇ ਮੈਂ ਉਹਦੇ ਤੁਹਾਡਾ ਗੰਨਾ ਗੁੜ ਵੱਖਰਾ ਕਿਉਂ ਆ, ਉਹਦੇ 'ਚ ਪਹਿਲਾਂ ਮੈਂ ਆਨਸਰ ਦਿੱਤਾ ਕਿ ਗੁੜ ਜਿਹੜਾ ਸਾਡਾ ਹੈ ਉਹ ਪਿਓਰ ਹੈ। ਦੂਜਾ ਇਹ ਹੈ
ਕਿ ਇਹ ਜਿਹੜਾ ਗੰਨਾ ਹੈ ਇਹਦੇ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਘੱਟ ਤੋਂ ਘੱਟ ਕੈਮੀਕਲ, ਘੱਟ ਤੋਂ ਘੱਟ ਜ਼ਹਿਰਾਂ ਯੂਜ਼ ਕੀਤੀਆਂ ਜਾਣ। ਬਹੁਤੇ ਕਿਸਾਨ ਵੀਰ ਐਵੇਂ ਦੇ ਹੈਗੇ ਆ ਜਿਨ੍ਹਾਂ ਨੂੰ ਜਾਣਕਾਰੀ ਨਾ ਹੋਣ ਕਰਕੇ ਉਹ ਦੁਕਾਨਦਾਰ ਦੇ ਪਿੱਛੇ ਜਾਂ ਕੰਪਨੀ ਦੇ ਪਿੱਛੇ ਲੱਗ ਕੇ ਬਾਰ-ਬਾਰ ਜ਼ਿਆਦੀਆਂ ਜ਼ਹਿਰੀਲੀਆਂ ਸਪਰੇਆਂ ਜਿਨ੍ਹਾਂ ਦਾ ਅਸਰ ਕਈ ਸਾਲ ਜਿਹੜਾ ਜ਼ਮੀਨ ਦੇ ਵਿੱਚੋਂ ਤੇ ਉਸ ਪ੍ਰੋਡਕਟ ਦੇ ਵਿੱਚੋਂ ਉਸ ਗੁੜ ਦੇ ਵਿੱਚੋਂ ਨਹੀਂ ਜਾਂਦਾ, ਉਹੋ ਜਿਹੀਆਂ ਜ਼ਹਿਰਾਂ ਪਾਉਂਦੇ ਆ ਤੇ ਉਹਨਾਂ ਨਾਲ ਗੁੜ ਦੀ ਕੁਆਲਿਟੀ 'ਤੇ ਵੀ ਫਰਕ ਪੈਂਦਾ ਹੈ, ਬੰਦੇ ਦੀ ਸਿਹਤ 'ਤੇ ਵੀ ਫਰਕ ਪੈਂਦਾ ਹੈ। ਤੇ ਸੋ ਅਸੀਂ ਗੰਨੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਗੰਨੇ ਤੋਂ ਲੈ ਕੇ ਗੁੜ ਤੱਕ ਅਸੀਂ ਹਮੇਸ਼ਾ ਪੂਰਾ ਸਾਲ ਸੁਪਰਵਿਜ਼ਨ ਕਰਦੇ ਹਾਂ, ਧਿਆਨ ਦਿੰਦੇ ਹਾਂ ਕਿ ਗੁੜ ਨੂੰ ਘੱਟੋ ਘੱਟ, ਗੰਨੇ ਨੂੰ ਘੱਟੋ ਘੱਟ ਜ਼ਹਿਰ ਪਵੇ, ਘੱਟ ਤੋਂ ਘੱਟ ਖਾਦਾਂ ਪੈਣ, ਕੁਦਰਤੀ ਤਰੀਕੇ ਨਾਲ ਜਿੰਨਾ ਕੁ ਹੋ ਸਕੇ ਤਿਆਰ ਕੀਤਾ ਜਾਵੇ ਤੇ ਫਿਰ ਉਹਦਾ ਗੁੜ ਬਣੇ ਤੇ ਫਿਰ ਉਹਦੇ ਗੁੜ ਦੀ ਸਾਫ਼ ਸਫਾਈ ਪ੍ਰੋਪਰ ਹੋਵੇ, ਕੁਦਰਤੀ ਤਰੀਕੇ ਦੇ ਨਾਲ ਹੋਵੇ, ਉਹਦੇ 'ਚ ਕੋਈ ਫਾਲਤੂ ਕੈਮੀਕਲ ਨਾ ਪਾਏ ਜਾਣ। ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਗੁੜ ਤਿਆਰ ਕਰਦੇ ਹਾਂ। ਸਾਡੇ ਕੋਲ ਵੱਖ-ਵੱਖ ਤਰ੍ਹਾਂ ਦਾ, ਜਿਵੇਂ ਅਸੀਂ ਮੂੰਗਫਲੀ ਦੀ ਗਿਰੀ, ਸੌਂਫ, ਜਵੈਣ ਵਗੈਰਾ ਪਾ ਕੇ ਜਿਹਨੂੰ ਅਸੀਂ ਮਸਾਲਾ ਗੁੜ ਦਾ ਨਾਂ ਦਿੰਦੇ, ਉਹ ਵੀ ਤਿਆਰ ਕਰਦੇ ਹਾਂ। ਪਲੇਨ ਗੁੜ ਵੀ ਆ। ਹੁਣ ਅਸੀਂ ਜਿਵੇਂ ਅੱਗੇ ਵੀਰ ਜੀ ਨੇ ਦੱਸਿਆ ਕਿ ਅਸੀਂ ਮਿਲਟਸ 'ਤੇ ਵੀ ਕੰਮ ਕਰ ਰਹੇ ਹਾਂ। ਸਵਾਂਕ, ਹਰੀ ਕੰਗਣੀ, ਕੋਦਰਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਆਉਣ ਵਾਲੇ ਦਿਨਾਂ 'ਚ ਇੱਥੇ ਮਿਲਣਗੀਆਂ, ਉਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ। ਇਸ ਦੇ ਨਾਲ ਹੀ ਅਸੀਂ ਪਿਛਲੀ ਵਾਰਾਂ ਇੱਕ ਸੁਪਰ ਫੂਡ 'ਤੇ ਕੰਮ ਕੀਤਾ ਸੀ, ਮੋਰਿੰਗਾ, ਜਿਹਨੂੰ ਸੁਹੰਜਣਾ ਕਹਿ ਦਿੰਦੇ ਆ। ਸੁਹੰਜਣਾ ਦਾ ਪੱਤਾ ਜਿਹੜਾ ਇਨਸਾਨ ਦੇ ਲਈ ਸਰੀਰ ਦੀਆਂ ਹਰ ਤਰੀਕੇ ਦੀਆਂ ਘਾਟਾਂ ਪੂਰੀਆਂ ਕਰ ਦਿੰਦਾ ਤੇ ਉਹਦਾ ਵੀ ਪਾਊਡਰ ਬਣਵਾਇਆ ਸੀ ਅਸੀਂ ਪਿਛਲੀ ਵਾਰੀ, ਉਹ ਵੀ ਸੇਲ ਕੀਤਾ ਸੀ। ਇਸ ਵਾਰੀ ਫਿਰ ਕਿਉਂਕਿ ਅਸੀਂ ਘਰ ਰੁੱਖ ਲਗਾਏ ਹੋਏ ਆ, ਉਹ ਵੀ ਅਸੀਂ ਲੈ ਕੇ ਇੱਥੇ ਰੱਖਦੇ ਹਾਂ। ਸੋ ਸਾਡਾ ਮੇਨ ਮਤਲਬ ਹੈਗਾ ਕਿ ਸਮਾਜ ਨੂੰ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ ਜਿਹੜੀਆਂ ਕੁਦਰਤੀ ਹੋਣ ਤੇ ਕੁਦਰਤ ਦੇ ਨਾਲ ਜੁੜਿਆ ਜਾਵੇ, ਡੱਬਾਬੰਦ ਭੋਜਨ ਤੋਂ ਦੂਰ ਹੋਇਆ ਜਾਵੇ, ਤਾਂ ਕਿ ਸਾਡੇ ਤੋਂ ਡਾਕਟਰਾਂ ਦਾ ਤੇ ਹਸਪਤਾਲਾਂ ਦਾ ਖਹਿੜਾ ਛੁੱਟ ਸਕੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੇ ਨੌਜਵਾਨ ਨੇ, 3 ਨੌਜਵਾਨ, ਇਹਨਾਂ ਵਿੱਚੋਂ ਜਿਹੜਾ ਇੱਕ ਨੌਜਵਾਨ ਆ ਉਸ ਜਿਹੜਾ ਐਮਟੈਕ ਕੀਤੀ ਹੋਈ ਆ, ਇੰਜੀਨੀਅਰਿੰਗ ਕਰਕੇ ਜਿਹੜਾ ਨੌਕਰੀ ਛੱਡ ਕੇ ਜਿਹੜਾ ਲੱਖਾਂ ਰੁਪਏ ਕਮਾ ਰਿਹਾ ਸੀ, ਅੱਜ ਜਿਹੜਾ ਅਫਸਰਸ਼ਾਹੀ ਨੌਕਰੀ ਛੱਡ ਕੇ ਖੁਦ ਜਿਹੜਾ ਆਪਣਾ ਕਾਰੋਬਾਰ ਕਰ ਰਿਹਾ। ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਆ ਉਹਨੇ ਇੱਕ ਵੇਲਣ ਲਗਾਇਆ ਵਾ ਜਿਹੜਾ ਰੋਹ ਵਾਲਾ ਅਤੇ ਗੁੜ ਤਿਆਰ ਕੀਤਾ ਜਾ ਰਿਹਾ। ਤੇ ਹੋਰ ਵੀ ਜਿਹੜੇ ਵੀਰ ਸਾਡੇ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ। ਵੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਪਹਿਲੋਂ ਕੀ ਕਹਿਣਾ ਚਾਹੋਗੇ? ਇਹ ਬੜੀ ਖੁਸ਼ੀ ਮਹਿਸੂਸ ਹੋਣ ਡਈ ਆ ਵੀ ਅੱਜ ਤੁਸੀਂ ਮੇਰਾ ਫਾਰਮ ਹਾਊਸ ਵਾਲੇ ਸਾਡੇ ਕੋਲ ਆਏ ਆ ਤੇ ਬੜਾ ਵਧੀਆ ਲੱਗ ਰਿਹਾ ਵਾ। ਤੇ ਹਾਂਜੀ, ਅੱਗੇ ਹੁਣ ਗੁੜ ਦਾ ਪ੍ਰੋਸੀਜਰ ਅਸੀਂ ਕਰ ਰਹੇ ਹਾਂ। ਮੈਨੂੰ ਦੱਸੋ ਵੀ ਜਿਵੇਂ ਪਹਿਲਾਂ ਗੱਲ ਕੀਤੀ ਵੀਰ ਨਾਲ ਵੀ ਆਪਣਾ ਜਿਹੜੇ ਵੀਰ ਨੇ ਨੌਕਰੀ ਛੱਡ ਕੇ ਜਿਹੜਾ ਵਾ ਗੁੜ ਦਾ ਜਿਹੜਾ ਧੰਦਾ ਸ਼ੁਰੂ ਕੀਤਾ ਵਾ, ਇਹ ਦੱਸੋ ਵੀ ਕਾਰੋਬਾਰ ਸ਼ੁਰੂ ਕੀਤਾ ਵਾ ਤੇ ਕਿੰਨੇ ਤਰ੍ਹਾਂ ਦੇ ਪ੍ਰਕਾਰ ਦਾ ਗੁੜ ਜਿਹੜਾ ਤਿਆਰ ਹੁੰਦਾ ਵਾ, ਤੇ ਨਾਲ ਮੈਨੂੰ ਇਹ ਦੱਸੋ ਵੀ ਜਿਹੜਾ ਗੁੜ ਦੇ ਨਾਲ ਕਿੰਨੀ ਕੁ ਆਮਦਨ ਹੋ ਜਾਂਦੀ ਆ ਡੇਲ ਦਾ, ਜਿਹੜਾ ਰੋਜ਼ ਦਾ ਵਾ, ਕਿੰਨਾ ਕੁ ਤੁਸੀਂ ਜਿਹੜਾ ਗੁੜ ਤਿਆਰ ਕਰ ਲੈਂਦੇ ਹੋ? ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਵੀਰ ਬਾਹਰ ਵਿਦੇਸ਼ ਭੱਜਣ ਡੇ ਨਾ, ਉਹ ਵੀਰ ਜਿਹੜੇ ਇੱਥੋਂ ਜ਼ਿਆਦਾ ਪੈਸੇ ਫੂਕ ਕੇ ਆਪਣੇ ਮਾਪਿਓ ਨੂੰ ਤੰਗ ਕਰਕੇ, ਆਪਣੇ ਮਾਪਿਓ ਤੋਂ ਕੱਲੇ ਪੁੱਤ ਜਿਹੜੇ ਆ ਆਪਣੇ ਮਾਪਿਓ ਨੂੰ ਛੱਡ ਕੇ ਬਾਹਰ ਜਾਣ ਡੇ ਆ, ਉਹਨਾਂ ਨਾਲੋਂ ਜ਼ਿਆਦਾ ਕਮਾਉਣ ਡੇ ਇੱਥੇ। ਜਿਹੜੇ ਬਾਹਰ ਵਿਦੇਸ਼ਾਂ 'ਚ ਭੱਜਣ ਡੇ ਉਹਨਾਂ ਨਾਲੋਂ ਜ਼ਿਆਦਾ ਕਮਾਉਣ ਡੇ ਆ। ਠੀਕ ਹੈ ਜੀ। ਤੇ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਜਹਨ ਚ ਆਇਆ ਤੁਹਾਡੇ ਤਿੰਨਾਂ ਦੇ ਵੀ ਜਿਹੜਾ ਆਪਣਾ ਕਾਰੋਬਾਰ ਜਿਹੜਾ ਕੀਤਾ ਜਾਵੇ? ਇਹ ਸਾਡੇ ਨਾਲ ਹੀ ਆਪਣੇ ਨਗਰ ਦੇ ਵਿੱਚ ਲੋਕ ਭਲਾਈ ਦੇ ਕੰਮ ਕਰਦੇ ਰਹੇ ਨੇ। ਇੱਕ ਡਾਕਟਰ ਸਾਹਿਬ ਨੂੰ ਸੱਦਿਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਕਿਸੇ ਤਰੀਕੇ ਦੇ ਨਾਲ ਤੁਸੀਂ ਆ ਖੰਡ ਨੂੰ ਛੱਡੋ ਤੇ ਗੁੜ ਖਾਓ। ਤੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਡਾਕਟਰ ਸਾਹਿਬ ਜੀ ਪਿਓਰ ਗੁੜ ਨਹੀਂ ਮਿਲਦਾ। ਉਹ ਹੱਸਣ ਲੱਗ ਪਏ, ਆਂਦੇ ਵੀ ਪੰਜਾਬ ਦੇ ਵਿੱਚ ਤੁਸੀਂ ਰਹਿ ਕੇ ਤੁਸੀਂ ਇਹ ਚੀਜ਼ ਕਿਉਂ ਪੁੱਛਣ ਦੇ, ਤੁਸੀਂ ਆਪ ਕੰਮ ਚਾਲੂ ਕਰ ਲਓ। ਫਿਰ ਸਾਡੇ ਮਨ 'ਚ ਵਿਚਾਰ ਆਇਆ, ਅਸੀਂ ਸਾਡੇ ਉਹ ਵੀਰ ਐਮਟੈਕ ਵਾਲੇ ਉਹਨਾਂ ਨਾਲ ਵਿਚਾਰ ਕੀਤਾ ਵੀ ਕਿਉਂ ਨਾ ਆਪਾਂ ਇਹ ਸ਼ੁਰੂ ਕਰੀਏ। ਤੇ ਸਾਡੇ ਨਗਰਦਿਆਂ ਨੇ ਵੀ ਸਾਰਿਆਂ ਨੇ ਕਿਹਾ, ਆਲੇ ਦੁਆਲੇ ਦੇ ਜਿਹੜੇ ਨਗਰਾਂ ਵਾਲੇ ਆ, ਵੀ ਤੁਸੀਂ ਚਲੋ ਕਰੋ ਕੰਮ 'ਚ, ਅਸੀਂ ਤੁਹਾਡਾ ਸਹਿਯੋਗ ਦੇਵਾਂਗੇ। ਤੇ ਅੱਜ ਬੜੀ ਬਾਬੇ ਦੀ ਕਿਰਪਾ ਵਾ ਤੇ ਫਿਰ ਉੱਥੋਂ ਸਾਡਾ ਵਿਚਾਰ ਬਣ ਗਿਆ ਹੌਲੀ ਹੌਲੀ। ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਵੀ ਤੁਸੀਂ ਲਿਖਿਆ ਵੀ ਗੁੜ ਦੇ ਨਾਲ ਖਾਣ ਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਨੇ। ਕਿਹੜੀ ਬਿਮਾਰੀਆਂ ਠੀਕ ਹੁੰਦੀਆਂ ਦਰਸ਼ਕਾਂ ਦੱਸ ਦਿਓ, ਕਿਹੜੀ ਬਿਮਾਰੀ ਠੀਕ ਹੁੰਦੀ ਹੈ? ਹਾਂਜੀ, ਇਹਦੇ ਨਾਲ ਸਾਹ ਦੀ ਬਿਮਾਰੀ ਹਟਦੀ ਆ। ਮੇਨ ਕਬਜ਼ ਦੀ ਜਿਹੜੀ ਕਬਜ਼ ਆ ਉਹ ਕਦੀ ਨਹੀਂ ਤੁਹਾਨੂੰ ਹੋਊਗੀ ਗੁੜ ਖਾਣ ਦੇ ਨਾਲ। ਤੇ ਕਬਜ਼ ਦੀ ਬਿਮਾਰੀ ਹਟਦੀ ਆ, ਬਲਗਮ ਜੰਮਦੀ ਆ ਉਹ ਹਟ ਜਾਂਦੀ ਆ। ਤੇ ਹੋਰ ਇਹ ਖੂਨ ਨੂੰ ਵਧੀਆ ਕਰਦਾ ਵਾ, ਤਾਕਤ ਵਧਾਉਂਦਾ। ਸਵੇਰੇ ਆਪਾਂ ਨਾ ਹੁਣ ਜਿੱਦਾਂ ਆਪਾਂ ਕੰਮ ਦੀ ਕੋਈ ਸ਼ੁਰੂਆਤ ਕਰਦੇ ਆ ਤੇ ਲੋਕੀ ਮੂੰਹ ਮਿੱਠਾ ਕਰਦੇ ਆ, ਪਰ ਇਹ ਕੁਦਰਤ ਵੱਲੋਂ ਉਸ ਸਮੇਂ ਦੇ ਪੁਰਾਣੇ ਸਮੇਂ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁੜ ਖਾਂਦੇ ਹੁੰਦੇ ਸੀ। ਉਹ ਗੁੜ ਖਾਣ ਦੇ ਨਾਲ ਤੁਹਾਡੇ ਸਰੀਰ 'ਚ ਜਿੱਦਾਂ ਹੁਣ ਲੋਕੀ ਕਰਦੇ ਆ ਕਿ ਕੰਮ ਕਰਨਾ ਨਾ, ਕੋਈ ਮਿਹਨਤ ਕਰਨੀ ਆ ਤੇ ਕੋਈ ਗੋਲੀ ਗੱਟਾ ਖਾ ਲਿਆ, ਕੋਈ ਨਸ਼ਾ ਖਾ ਲਿਆ। ਇਹਦੀ ਜਗ੍ਹਾ ਤੇ ਜੇ ਤੁਸੀਂ ਕਿਤੇ ਗੁੜ ਖਾਣਾ ਚਾਲੂ ਕਰ ਦਿਓ ਤਾਂ ਆਟੋਮੈਟਿਕ ਸਾਰਾ ਦਿਨ ਸਰੀਰ 'ਚ ਜਿਹੜੀ ਤੁਹਾਡੀ ਤਾਕਤ ਰਹੂਗੀ, ਤੁਹਾਡਾ ਖੂਨ ਵਧੀਆ ਬਣੂਗਾ। ਯਾਨੀ ਕਿ ਸਾਰੀਆਂ ਬਿਮਾਰੀਆਂ ਦੀ ਜੜ ਸਾਡੇ ਸਰੀਰ ਦੇ ਵਿੱਚ ਕਬਜ਼ ਆ। ਇਹ ਕਬਜ਼ ਨਹੀਂ ਹੋਣ ਦਊ ਗੁੜ। ਜਿਹੜਾ ਬੰਦਾ ਗੁੜ ਖਾਊਗਾ, ਨਰਨੇ ਕਾਲਜੇ ਉੱਠ ਕੇ ਸਵੇਰੇ ਉੱਠਦਿਆਂ ਸਾਰ ਗੁੜ ਖਾਓ
ਤੇ ਗਰਮ ਪਾਣੀ ਦਾ ਗਲਾਸ ਪੀ ਲਓ ਤੇ ਤੁਹਾਨੂੰ ਕਦੀ ਵੀ ਕਬਜ਼ ਨਹੀਂ ਹੋਊਗੀ। ਤੇ ਦੂਸਰੀ ਗੱਲ ਇਹਦੀ ਇਹ ਆ ਕਿ ਜੇ ਆਪਾਂ ਖੰਡ ਵਾਲੀ ਚਾਹ ਪੀਂਦੇ ਆ ਉਹਨੂੰ ਪਚਾਉਣ 'ਚ 8 ਘੰਟੇ ਲੱਗਦੇ ਆ। ਇੱਕ ਵਾਰੀ ਆਪਾਂ ਚਾਹ ਪੀ ਲਈ ਤੇ 8 ਘੰਟੇ ਲੱਗਦੇ। ਹੁਣ ਤੁਸੀਂ ਸੋਚੋ ਆਪਾਂ ਰਜਾਈ 'ਚ ਬੈਠਿਆ ਕਈ ਵਾਰੀ 2 ਵਾਰੀ ਪੀ ਲੈਂਦੇ ਆ ਤੇ ਗੁੜ ਦੀ ਚਾਹ ਪੀਓਗੇ ਤੇ ਤੁਹਾਨੂੰ 10-15 ਮਿੰਟ ਦੇ ਵਿੱਚ ਪਚ ਜਾਊਗੀ। ਤੇ ਗੁੜ ਤੁਸੀਂ ਖਾਓਗੇ ਪ੍ਰਸ਼ਾਦਾ ਛਕ ਕੇ ਇੱਕ ਡਲੀ ਖਾ ਲਓ ਮਗਰੋਂ ਤੇ ਤੁਹਾਡਾ ਜਿਹੜਾ ਵਾ ਵੀ ਉਸੇ ਵੇਲੇ ਪ੍ਰਸ਼ਾਦਾ ਜਿਹੜਾ ਹਜਮ ਹੋ ਜਾਊਗਾ। ਤੇ ਇਸੇ ਤਰ੍ਹਾਂ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਜਦੋਂ ਕੋਈ ਮਿੱਟੀ ਘੱਟੇ ਦਾ ਕੰਮ ਕਰਦੇ ਹੁੰਦੇ ਤੇ ਸਾਹ ਲੈਣ 'ਚ ਪ੍ਰੋਬਲਮ ਹੋਣੀ ਨਾ ਮਗਰੋਂ ਗੁੜ ਖਾ ਲੈਣਾ, ਤੂੜੀ ਕੱਢਦੀਆਂ ਗੁੜ ਖਾ ਲੈਣਾ ਤੇ ਉਹਨਾਂ ਦਾ ਉਸੇ ਵੇਲੇ ਉਹ ਪਚ ਜਾਂਦਾ ਹੁੰਦਾ ਸੀ। ਇਹ ਕਰਕੇ ਗੁੜ ਦੇ ਫਾਇਦੇ ਅਨੇਕ ਹੀ ਫਾਇਦੇ ਆ। ਜਿੱਦਾਂ ਦੇ ਇੱਕ ਰੁੱਖ ਤੇ 100 ਸੁੱਕ ਜੇ ਗੁੜ ਤੇ ਦੇਸੀ ਘਿਓ ਜਿਹੜਾ ਵਾ ਪਿਓਰ ਤੇ ਦਹੀਂ, ਇਹ ਚੀਜ਼ਾਂ ਜਿਹੜੇ ਖਾਓ ਤੇ ਤੁਹਾਡੀ ਉਮਰ ਹੀ ਵੱਧ ਜਾਂਦੀ ਹੈ। ਪਰ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ, ਅਸੀਂ ਅਕਸਰ ਦੇਖਦੇ ਹੁੰਦੇ ਆ ਤੇ ਦੱਸਦੇ ਵੀ ਹੁੰਦੇ ਸਾਡੇ ਪੁਰਾਣੇ ਜਿਹੇ ਬਜ਼ੁਰਗ ਆ ਵੀ ਉਹ ਜਿਹੜੇ ਗੁੜ ਦੇ ਵਿੱਚ ਦੇਸੀ ਘਿਓ ਪਾ ਕੇ ਚੂਰੀ ਬਣਾਉਂਦੇ ਹੁੰਦੇ, ਸ਼ੱਕਰ ਜਿਹੜੇ ਬਣਾ ਕੇ ਖਾਂਦੇ ਹੁੰਦੇ ਸੀ। ਸਿਹਤਾਂ ਬਹੁਤ ਚੰਗੀਆਂ ਰਹਿੰਦੀਆਂ ਸੀ, ਉਹਨਾਂ ਵਾਸਤੇ ਬਹੁਤ ਲਾਹੇਵੰਦ ਸੀ। ਕਿੰਨੇ ਕੁ ਲਾਹੇਵੰਦ ਹੁੰਦਾ ਜਿਹੜਾ ਚੀਜ਼? ਹਾਂਜੀ, ਤੋ ਉਹ ਚੀਜ਼ਾਂ ਜਿਹੜੀਆਂ ਵਾ ਅਸੀਂ ਦੇਖੀਆਂ ਤੇ ਨਹੀਂ ਆ, ਕਿਉਂਕਿ ਉਹ ਸਾਡੇ ਵੀ ਜਦੋਂ ਅਸੀਂ ਸਾਡੀ ਹੋਂਦ ਆ ਗਈ ਉਦੋਂ ਸਾਡੇ ਘਰਾਂ ਵਿੱਚੋਂ ਡੰਗਰ ਨਿਕਲ ਗਏ, ਦੁੱਧ ਨਿਕਲ ਗਿਆ। ਕੋਈ ਸਾਨੂੰ ਡਰਾ ਹੀ ਇੰਨਾ ਕੁ ਦਿੱਤਾ ਗਿਆ ਵੀ ਤੁਸੀਂ ਪਿਓਰ ਨਹੀਂ ਖਾਣਾ ਜੀ, ਇਦਾਂ ਨਹੀਂ ਖਾਣਾ। ਪਰ ਸਾਨੂੰ ਉਹ ਚੀਜ਼ਾਂ ਨੂੰ ਮੁੜ ਕੇ ਹੁਣ ਲਿਆਉਣਾ ਪੈਣਾ ਵਾ। ਤੇ ਉਹ ਸਾਡੇ ਬਜ਼ੁਰਗ ਦੱਸਦੇ ਆ, ਡੈਡੀ ਜੀ ਨਹੀਂ ਦੱਸਦੇ ਆ ਵੀ ਜਿਹੜੀ ਗਾਂ ਦੀ ਬੌਲੀ ਆ, ਜਿਹੜੀ ਆਪਾਂ ਇੱਕ ਚਮਚ ਨਹੀਂ ਖਾਂਦੇ, ਉਹ ਕਿਲੋ 2-2 ਕਿਲੋ ਖਾ ਜਾਂਦੇ ਹੁੰਦੇ ਸੀ। ਤੇ ਉਹਨਾਂ ਦੀ ਸਰੀਰ, ਮੇਰੀ ਦਾਦੀ ਜੀ ਆ, ਉਹਨਾਂ ਦੀ ਉਮਰ ਇਸ ਵਕਤ 102 ਸਾਲ ਵਾ ਤੇ ਸਰੀਰ ਉਹਨਾਂ ਦਾ ਬਿਲਕੁਲ ਤੰਦਰੁਸਤ ਹੈ। ਉਹਨਾਂ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਨਹੀਂ। ਮੇਰੀ ਮਾਤਾ ਦੀ ਉਮਰ, ਮੇਰੀ ਮੰਮੀ ਦੀ ਉਮਰ ਜਿਹੜੀ 55 ਸਾਲ, ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ, ਤੁਰਿਆ ਨਹੀਂ ਜਾਂਦਾ। ਤੇ ਜਿਹੜੀ ਦਾਦੀ ਆ ਉਹ ਪਹਿਲੀਆਂ ਚੰਗੀਆਂ ਖੁਰਾਕਾਂ ਖਾਧੀਆਂ ਵਾ, ਉਹਨਾਂ ਨੂੰ ਸੁਣਨ 'ਚ ਵੀ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਵੇਖਣ 'ਚ ਕੋਈ ਪ੍ਰੋਬਲਮ ਨਹੀਂ। ਹਾਲੇ ਤੱਕ ਉਹ ਰੋਟੀ ਭਾਵੇਂ ਨਾ ਖਾਣ, ਹੋਰ ਕੋਈ ਚੀਜ਼ ਨਾ ਖਾਣ, ਪਰ ਦਹੀਂ ਖਾਂਦੇ ਹੋ। ਦਹੀਂ ਤੇ ਗੁੜ ਉਹਨਾਂ ਨੇ ਹਮੇਸ਼ਾ ਹੀ ਖਾਣਾ ਵਾ, ਜਿਹਦੇ ਨਾਲ ਕਦੀ ਉਹਨਾਂ ਨੂੰ ਕਬਜ਼ ਨਹੀਂ ਹੋਈ। ਸਰੀਰ ਉਹਨਾਂ ਦਾ ਬੜਾ ਵਧੀਆ ਵਾ, ਹੈਲਥੀ ਸਰੀਰ ਹੈ। 102 ਸਾਲ ਉਮਰ ਆ। ਕਿਤੇ ਤੁਹਾਡਾ ਫੇਰ ਟੂਰ ਲੱਗਾ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਜਾਣਕਾਰੀ ਵੀ ਕਰਾਵਾਂਗੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਿਆ ਵੀ ਇਹ ਜਿਹੜੇ ਨੌਜਵਾਨ ਨੇ, ਤਿੰਨ ਜਿਹੜੇ ਦੋਸਤ ਨੇ, ਇੱਕ ਚੰਗਾ ਜਿਹੜਾ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਵਾ, ਆਪਣੀ ਜਿਹੜੀ ਨੌਕਰੀ ਛੱਡ ਕੇ ਜਿਹੜਾ ਖੁਦ ਦਾ ਜਿਹੜਾ ਕਾਰੋਬਾਰ ਕੀਤਾ, ਲੱਖਾਂ ਰੁਪਏ ਕਮਾ ਰਹੇ ਨੇ। ਹੋਰ ਵੀ ਜਿਹੜਾ ਵੀਰ ਸਾਡੇ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਕੀ ਕਹਿਣਾ ਚਾਹੋਗੇ ਆ ਜਿਹੜਾ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਵਾ, ਕਿੰਨੀ ਕੁ ਆਮਦਨ ਹੋ ਜਾਂਦੀ ਹੈ ਜਿਹੜਾ ਤੁਸੀਂ ਗੁੜ ਦਾ ਜਿਹੜਾ ਵੇਲਣ ਲਗਾਇਆ? ਹਾਂਜੀ, ਮੇਰਾ ਹਾਊਸ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੇ ਇੱਥੇ ਕੰਮ ਦੇ ਵਿੱਚ ਸਾਡਾ ਵਾਧਾ ਕਰਾਉਣ ਲਈ ਆਏ ਆ। ਤੇ ਸਾਡਾ ਕਾਰੋਬਾਰ ਕਰਨ ਦਾ ਇਹੋ ਹੀ ਆ ਕਿ ਸਾਡੇ ਵੀਰਾਂ ਨਾਲ ਸਲਾਹ ਹੋਈ ਸੀ ਤਿੰਨਾਂ ਦੀ, ਤੇ ਜਦੋਂ ਅਸੀਂ ਨਾਂ ਦੇਣ ਲੱਗੇ ਸੀ, ਇਸ ਆਪਣਾ ਰੱਖਣ ਲੱਗੇ ਸੀ, ਤੇ ਅਸੀਂ ਨਾਂ ਰੱਖਿਆ ਖਾਲਸਾ ਸ਼ੁੱਧ ਦੇਸੀ ਗੁੜ। ਸਾਡੀ ਸ਼ੁੱਧ ਤੋਂ ਪਹਿਲਾਂ ਗਰਾਰੀ ਅੜ ਗਈ ਕਿ ਆਪਾਂ ਜੇ ਭਾਵੇਂ ਮੁਨਾਫਾ ਹੋਵੇ ਜਾਂ ਘਾਟਾ ਹੋਵੇ, ਆਪਾਂ ਚੀਜ਼ ਸ਼ੁੱਧ ਤਿਆਰ ਕਰਨੀ ਆ। ਤੇ ਅਸੀਂ ਇਸੇ ਕਰਕੇ ਸ਼ੁੱਧ ਲਿਖਾਇਆ ਵਾ। ਬਾਕੀ ਕੋਈ ਵੀ ਕਾਊਂਟਰ ਆ, ਜੇ ਉਹੋ ਜਿਹੀ ਕੋਈ ਮਿਲਾਵਟ ਕਰਨੀ ਹੋਵੇ, ਆਪਾਂ ਬਾਹਰ ਰੱਖੀਏ ਸੜਕ 'ਤੇ। ਆਪਾਂ ਬੂਹਾ ਖੋਲ੍ਹਿਆ ਵਾ, ਸਭ ਕੁਝ ਤੁਹਾਡੇ ਸਾਹਮਣੇ ਤਿਆਰ ਹੁੰਦਿਆ ਵਾ, ਗਾਹਕ ਦੇ ਸਾਹਮਣੇ ਤਿਆਰ ਹੁੰਦਾ ਵਾ। ਤੇ ਜੋ ਵੀ ਆ ਪੂਰਾ 100% ਸ਼ੁੱਧ ਦੇਣ ਦੀ ਕੋਸ਼ਿਸ਼ ਕਰਦੇ ਆ। ਬਾਕੀ ਇਸ ਵਿੱਚ ਜਿਹੜਾ ਤੁਸੀਂ ਗੁੜ ਤਿਆਰ ਕਰਦੇ ਹੋ, ਕਿੰਨੀ ਕੁ ਰੋਜ਼ ਦਾ ਜਿਹੜੀ ਕੁਆਂਟੀਟੀ ਤਿਆਰ ਕਰਦੇ ਹੋ ਤੇ ਕਿੰਨੀ ਕੁ ਰੋਜ਼ ਦੀ ਆਮਦਨ ਹੋ ਜਾਂਦੀ ਹੈ ਇਹਦੇ ਨਾਲ? ਪਿਛਲੇ ਸਾਲ ਅਸੀਂ ਜਿਹੜੇ ਸਟਾਰਟਿੰਗ ਸ਼ੁਰੂ ਕੀਤਾ ਸੀ, ਉਹ ਤੋਂ ਸਾਡੀ 2.5 ਤੋਂ 3 ਕੁਇੰਟਲ ਲੱਗ ਜਾਂਦਾ ਸੀ, ਰੋਜ਼ ਦਾ ਸੇਲ ਹੋ ਜਾਂਦਾ ਸੀ ਜੀ। ਐਰਕੀ ਸਾਡੀ ਹੈਗੀ ਹੈ ਜੀ 4 ਤੋਂ ਪਲੱਸ ਕਰਾਂਗੇ, 4 ਤੋਂ ਉੱਪਰ ਹੀ ਕਰਾਂਗੇ ਜੀ। ਠੀਕ ਹੈ ਜੀ। ਮੈਨੂੰ ਇਸ ਵਿੱਚ ਜਿਹੜਾ ਤੁਸੀਂ ਗੁੜ ਤਿਆਰ ਕਰਦੇ ਹੋ, ਸਾਲ 'ਚ ਕਿੰਨੇ ਮਹੀਨਿਆਂ ਜਿਹੜਾ ਗੁੜ ਤਿਆਰ ਹੁੰਦਾ ਹੈ? ਇਹ 6 ਮਹੀਨੇ ਹੁੰਦਾ ਜੀ ਤਿਆਰ। ਇਹ ਆਪਣਾ ਨਵੰਬਰ ਤੋਂ ਸ਼ੁਰੂ ਕੀਤਾ ਹੈ ਹੁਣ ਅਸੀਂ, ਤੇ ਇਹ ਮਾਰਚ ਦੇ ਅਪ੍ਰੈਲ ਤੱਕ ਵੀ ਚੱਲ ਜਾਂਦਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜੇ ਖਾਸ ਕਰਕੇ ਜਿਹੜੇ ਨੌਜਵਾਨ ਨੇ, ਅਸੀਂ ਦੇਖਦੇ ਹਾਂ ਵੀ ਵਿਦੇਸ਼ਾਂ ਵੱਲੋਂ ਕਰ ਰਹੇ ਨੇ, ਲੱਖਾਂ ਰੁਪਏ ਘਰਦਿਆਂ ਦੇ ਲੈ ਕੇ ਜਿਹੜੇ ਅਮਰੀਕਾ ਕੈਨੇਡਾ ਜਾ ਰਹੇ ਨੇ, ਉੱਥੇ ਜਾ ਕੇ ਜਿਹੜਾ ਦਿਹਾੜੀ ਕਰਨੀ ਪੈਂਦੀ ਆ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੇਰੀ ਤਾਂ ਇਹੋ ਸੁਝਾਅ ਆ ਕਿ ਕੋਈ ਵੀ ਕੰਮ ਕਰੋ ਤੇ ਆਪਣਾ ਹੱਥੀਂ ਕਰੋ, ਤੇ ਹਰੇਕ ਕੰਮ ਦੇ ਵਿੱਚ ਇੱਥੇ ਬਰਕਤ ਆ। ਬਾਕੀ ਜੇ ਬਾਹਰ ਜਾਵਾਂਗੇ, ਆਪਾਂ ਆਪਣੇ ਘਰਦਿਆਂ ਤੋਂ ਦੂਰ ਹੋਵਾਂਗੇ, ਰਿਸ਼ਤੇਦਾਰਾਂ ਤੋਂ ਦੂਰ ਹੋਵਾਂਗੇ, ਤੇ ਉਹਦੇ ਨੂੰ ਕੋਈ ਵੀ ਆਪਣਾ ਉੱਥੇ ਬਾਹਰ ਜਾ ਕੇ ਵੀ ਹੱਥੀਂ ਕੰਮ ਕਰਾਂਗੇ ਤੇ ਫੇਰ ਹੀ ਆਪਾਂ ਨੂੰ ਫਾਇਦਾ ਹੋਣਾ ਵਾ। ਤੇ ਜੇ ਆਪਾਂ ਉਹੋ ਹੀ ਇੱਥੇ ਰਹਿ ਕੇ ਇੰਡੀਆ ਦੇ ਵਿੱਚ ਆਪਾਂ ਹੱਥੀਂ ਆਪਣਾ ਕੋਈ ਵੀ ਕੰਮ ਕਰ ਲਈਏ, ਤੇ ਉਹਦੇ ਵਿੱਚ ਵੀ ਆਪਾਂ ਨੂੰ ਬਰਕਤ ਪੈ ਸਕਦੀ ਆ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਜਿਹੜੇ ਕਿ ਤਿੰਨ ਦੋਸਤ ਤੁਸੀਂ ਦੇਖਿਆ, ਇਹਨਾਂ ਦੀ ਕਹਾਣੀ ਜਿਹੜੀ ਆ, ਇਹਨਾਂ ਜਿਹੜੇ ਤਿੰਨਾਂ ਦੋਸਤਾਂ ਵਿੱਚੋਂ ਜਿਹੜਾ ਇੱਕ ਜਿਹੜਾ ਵੀਰ ਆ, ਉਹ ਐਮਟੈਕ ਕੀਤੀ ਹੋਈ ਆ, ਇੰਜੀਨੀਅਰਿੰਗ ਕੀਤੀ ਹੋਈ ਆ, ਪੜ੍ਹੇ ਲਿਖੇ ਨੌਜਵਾਨ ਨੇ, ਅਤੇ ਇਹਨਾਂ ਨੇ ਆਪਣੀ ਲੱਖਾਂ ਦੀ ਜਿਹੜੀ ਨੌਕਰੀ ਛੱਡ ਕੇ, ਜਿਹੜਾ ਅਫਸਰਸ਼ਾਹੀ ਨੌਕਰੀ ਜਿਹੜੀ ਛੱਡ ਕੇ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ। ਤੁਸੀਂ ਦੇਖਿਆ ਵੀ ਜਿਹੜਾ ਨਾ ਵੇਲਣਾ ਲਗਾਇਆ ਗਿਆ ਵਾ, ਜਿਹੜਾ ਗੁੜ ਦਾ ਤੁਸੀਂ ਦੇਖ ਰਹੇ ਹੋ, ਗੁੜ ਵੀ ਜਿਹੜਾ ਸ਼ੁੱਧ ਗੁੜ ਕੱਢ ਕੇ ਜਿਹੜਾ ਲੱਖਾਂ ਰੁਪਏ ਕਮਾ ਰਹੇ ਨੇ। ਅਤੇ ਵਿਦੇਸ਼ਾਂ ਜਿਹੜੇ ਖਾਸ ਕਰਕੇ ਜਿਹੜੇ ਨੌਜਵਾਨ ਸਾਡੇ ਜਾ ਰਹੇ ਨੇ, ਉਹਨਾਂ ਵਾਸਤੇ ਇੱਕ ਸੁਨੇਹਾ ਵਾ ਵੀ ਆਪਣਾ ਕਾਰੋਬਾਰ ਜਿਹੜਾ ਵਾ ਉਹ ਕਰਨਾ ਚਾਹੀਦਾ ਵਾ, ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਜਿਹੜਾ ਪੇਟ ਪਾਲਣਾ ਚਾਹੀਦਾ ਵਾ। ਅਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਅੱਜ ਕੱਲ੍ਹ ਸ਼ੁਰੂਆਤ ਕੀਤੀ ਗਈ ਸੀ ਵੀ ਕਿਸੇ ਗੁੜ ਦੀ, ਅਤੇ ਗੁੜ ਵੀ ਵੱਖ-ਵੱਖ ਤਰ੍ਹਾਂ ਜਿਹੜੀਆਂ ਨਸਲਾਂ ਜਿਹੜਾ ਗੁੜ ਇੱਥੋਂ ਹਰ ਇੱਕ ਤਰ੍ਹਾਂ ਦੀ ਨਸਲ ਜਿਹੜਾ ਗੁੜ ਤਿਆਰ ਮਿਲਦਾ ਹੈ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਮੇਰਾ ਫਾਰਮ ਹਾਊਸ।